सुमंत्रो साध बचना कोट दोख बिनस नहै। हर चरण कमल ध्यान नानक कुल समूह उदाहरण है। तै जन्मत गुरमत ब्रह्म पछानियो कल जोड़ सुजस बखानियो। कल जोड़ कर सुजस बखानियो। जो नार दुख मैं दुख नहीं मानै सुख स्नेहो आर भै नहीं जाकै। कंचन माटी मानै रहाउ नह निंदया नह उस्तत जाकै। लोभ मोह अभिमाना हरख सोग ते रहै नियारो नाहि मान अपमाना। आसा मनसा सगल त्यागै जग ते रहै निरस। काम क्रोध जिह परसै नाहिन तिह कट ब्रह्म निवासा। सुमंत्र साध बचना कोट दोख बिनस नहै। हर चरण कमल ध्यानं नानक कुल समूह उदाहरण है। धन धन चबर छतर तख्त दे मालिक वालिए दो जहान सर्ब कायनात दे रहबर। घट घट वासी सर्ब कला समरथ सतगुरु गुरगद्दी उत्ते विराजमान। धन धन साहिब श्री गुरु ग्रंथ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਨੂੰ ਸੰਭਾਲਦਿਆਂ ਅੰਮ੍ਰਿਤ ਰੂਪੀ ਗੁਰਬਾਣੀਆਂ ਆਪ ਜੀ ਸਰਵਣ ਕਰ ਰਹੇ ਸੀ। ਆਓ ਹੁਣ ਕੁਝ ਸਮਾਂ ਗੁਰਬਾਣੀ ਦੀਆਂ ਵਿਚਾਰਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਜੋ ਗਾਥਾ ਦੇ ਵਿੱਚੋਂ ਆਪ ਜੀ ਨੇ ਪੰਚਮ ਪਾਤਸ਼ਾਹ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ ਨੇ। ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਸ ਨਹਿ। ਹਰ ਚਰਨ ਕਮਲ ਧਿਆਨੰ ਨਾਨਕ ਕੁਲ ਸਮੂਹ ਉਦਾਹਰਨ ਹੈ। ਆਓ ਧੰਨ ਗੁਰੂ ਅਰਜਨ ਦੇਵ ਜੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਗਾਥਾ ਗੁਰਬਾਣੀ ਦੀ ਵਿਚਾਰ ਦੇ ਵਿੱਚੋਂ ਇਹ ਅੱਜ ਦਾ ਜੋ ਅੰਮ੍ਰਿਤ ਬਚਨ ਹੈ ਇਸ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹਰ ਮਨੁੱਖ ਮਾਤਰ ਨੂੰ ਇੱਕ ਉਪਦੇਸ਼ ਦ੍ਰਿੜ੍ਹ ਕਰਾਉਂਦਿਆਂ ਬਖਸ਼ਿਸ਼ ਕੀਤੀ ਹੈ ਕਿ ਗੁਰੂ ਦਾ ਸ਼ਬਦ ਉਹ ਸ੍ਰੇਸ਼ਟ ਮੰਤਰ ਹੈ ਜਿਹੜਾ ਕਰੋੜਾਂ ਜਨਮਾਂ ਦੇ ਕੀਤੇ ਹੋਏ ਦੁੱਖ ਪਾਪ ਆਦਿ ਨੂੰ ਖਤਮ ਕਰ ਦਿੰਦਾ ਹੈ, ਨਾਸ਼ ਕਰ ਦਿੰਦਾ ਹੈ। ਜਿਸ ਨੇ ਗੁਰੂ ਜੀ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਪ੍ਰਭੂ ਦੇ ਚਰਨਾਂ ਦਾ ਧਿਆਨ ਟਿਕਾਇਆ ਏ। ਹਜ਼ੂਰ ਕਹਿੰਦੇ ਨੇ ਕਿ ਉਹ ਆਪ ਦਾ ਤਰਿਆ ਏ। ਉਸ ਨੇ ਆਪਣੀਆਂ ਕਈ ਜਿਹੜੀਆਂ ਕੁੱਲਾਂ ਨੇ ਉਹਨਾਂ ਦਾ ਵੀ ਉਧਾਰ ਕਰ ਦਿੱਤਾ। ਹਜ਼ੂਰ ਗੁਰੂ ਦਾ ਸ੍ਰੇਸ਼ਟ ਮੰਤਰ ਕਿਹੜਾ ਹੈ? ਇਹ ਸਤਿਗੁਰੂ ਗੁਰੂ ਦਾ ਸ੍ਰੇਸ਼ਟ ਮੰਤਰ ਕਿਹੜਾ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਪੜ੍ਹਦੇ ਹਾਂ ਤਾਂ ਅਸਲ ਵਿੱਚ ਗੁਰੂ ਦਾ ਸ਼ਬਦ ਉਹਦਾ ਗੁਰੂ ਦਾ ਉਪਦੇਸ਼ ਗੁਰੂ ਦਾ ਮੰਤਰ ਇਹੀ ਸਭ ਤੋਂ ਸ੍ਰੇਸ਼ਟ ਮੰਤਰ ਹੈ। ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੂੰ ਅਸੀਂ ਬਾਣੀ ਦਾ ਬੋਹਿਤ ਕਹਿੰਦੇ ਹਾਂ। ਬਾਣੀ ਦਾ ਬੋਹਿਤ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜਨਮ ਸੰਨ 1563 ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਬੀਬੀ ਭਾਨੀ ਜੀ ਜਿਸ ਨੂੰ ਆਪਾਂ ਅਦਬ ਦੇ ਨਾਲ ਮਾਤਾ ਭਾਨੀ ਜੀ ਕਹਿੰਦੇ ਹਾਂ ਉਹਨਾਂ ਦੀ ਕੁੱਖੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿਖੇ ਹੋਇਆ ਹੈ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਤਖਤ ਦੇ ਮਾਲਕ ਸਨ ਗੁਰੂ ਅਮਰਦਾਸ ਮਹਾਰਾਜ। ਗੁਰੂ ਰਾਮਦਾਸ
ਘਰ ਕੀਓ ਪ੍ਰਗਾਸਾ, ਸਗਲ ਮਨੋਰਥ ਪੂਰਨ ਆਸਾ। ਉਹਨਾਂ ਨੇ ਪਹਿਲੇ ਗੁਣ ਕਹਿ ਦਿੱਤੇ। ਉਹਨਾਂ ਨੇ ਪਹਿਲਾ ਗੁਣ ਕਿਹਾ, ਕਹਿਣ ਲੱਗੇ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੋ ਜਸ ਵਖਾਣਿਓ। ਪਹਿਲੇ ਗੁਣ ਨੂੰ ਅਸੀਂ ਲੈ ਲਈਏ। ਮੈਂ ਕਹਿਣਾ ਜਨਮ ਵਿੱਚੋਂ ਜਿਹੜਾ ਗੁਣ ਭੱਟ ਜੀ ਕਹਿ ਰਹੇ ਨੇ ਸੱਚ ਜਾਣੋ, ਇਹੀ ਗੁਣ ਤਤੀ ਵਾਹ ਦੇ ਤਤੀ ਤਵੀ ਦੇ ਉੱਤੇ ਪ੍ਰਫੁੱਲਤ ਹੋਇਆ ਹੈ। ਤੁਸੀਂ ਆਪਣੇ ਜਨਮ ਤੋਂ ਗੁਰੂ ਦੀ ਦਿੱਤੀ ਹੋਈ ਦੀਖਿਆ ਦੇ ਨਾਲ ਬ੍ਰਹਮ ਦੀ ਪਛਾਣ ਕਰਨੀ ਹੈ। ਹੁਣ ਤੱਕਿਓ ਕਿ ਇੱਥੇ ਸ਼ਬਦ ਵਰਤ ਦਿੱਤਾ ਹੈ ਕਿ ਤੁਸੀਂ ਆਪਣੇ ਜਨਮ ਤੋਂ ਬ੍ਰਹਮ ਨੂੰ ਪਛਾਣ ਲਿਆ। ਇੱਥੇ ਗੁਰਮੁਖ ਪਿਆਰੇ ਇੱਕ ਵਿਦਵਾਨ ਲਿਖਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਆਦਿ ਗੁਰੂ ਨੇ। ਆਦਿ ਗੁਰੂ ਦਾ ਅਰਥ ਹੈ ਧੁਰ ਦਰਗਾਹ ਤੋਂ ਗੁਰੂ ਬਣ ਕੇ ਆਏ ਨੇ। ਗੁਰੂ ਨਾਨਕ ਸਾਹਿਬ ਦਾ ਗੁਰੂ ਇਸ ਸੰਸਾਰ ਵਿੱਚ ਪੰਜਾਂ ਤੱਤਾਂ ਦੇ ਵਿੱਚ ਵਿਚਰਨ ਵਾਲਾ ਕੋਈ ਵੀ ਨਹੀਂ। ਆਦਿ ਵਾਹਿਗੁਰੂ ਹੀ ਉਹਨਾਂ ਦਾ ਗੁਰੂ ਹੈ। ਆਪ ਉਹਦਾ ਸਾਕਾਰ ਰੂਪ ਨੇ। ਪਰ ਜਿਸ ਦਿਨ ਬਾਬਾ ਲਹਿਣਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆਏ ਨੇ, 1504 ਨੂੰ ਬਾਬਾ ਲਹਿਣਾ ਜੀ ਦਾ ਜਨਮ ਹੋਇਆ ਹੈ ਤੇ 1532 ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਕਰਤਾਰਪੁਰ ਵਿਖੇ ਆਏ ਨੇ। ਉਸ ਦਿਨ ਬਾਬਾ ਲਹਿਣਾ ਸਾਹਿਬ ਜੀ ਦੀ ਉਮਰ ਜਿਹੜੀ ਸੀ ਕੁਝ 28 ਕੁ ਸਾਲ ਦੇ ਕਰੀਬ ਹੋ ਚੁੱਕੀ ਸੀ। ਜਨਮ ਤੋਂ ਬ੍ਰਹਮ ਨੂੰ ਕਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਛਾਣ ਲਿਆ। 28 ਸਾਲ ਦੀ ਉਮਰ ਵਿੱਚ ਭਾਈ ਲਹਿਣਾ ਸਾਹਿਬ ਜੀ ਆਏ। 1532 ਤੋਂ ਲੈ ਕੇ ਤੇ 1539 ਤੱਕ 7 ਸਾਲ ਇਹਨਾਂ ਨੇ ਕੇਵਲ ਮੁਰੀਦ ਬਣ ਕੇ ਘਾਲੀ ਹੈ। ਮੁਰੀਦ ਬਣ ਕੇ 1539 ਨੂੰ ਮੇਰੇ ਸਮਰੱਥ ਗੁਰੂ ਨਾਨਕ ਸਾਹਿਬ ਨੇ ਮੱਥਾ ਟੇਕ ਕੇ ਲਹਿਣੇ ਤੋਂ ਅੰਗਦ ਬਣਾ ਦਿੱਤਾ ਹੈ। ਹੁਣ ਤੱਕਿਓ ਬਾਬਾ ਲਹਿਣਾ ਸਾਹਿਬ ਜੀ ਆਪਣੀ ਉਮਰ ਦੇ 28 ਸਾਲ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਉਣ ਤੋਂ ਪਹਿਲਾਂ ਬਤੀਤ ਕੀਤੇ। 28 ਸਾਲ ਜੀਵਨ ਲੰਘੇ ਨੇ। ਉਸ ਜੀਵਨ ਵਿੱਚ ਬਾਬਾ ਲਹਿਣਾ ਸਾਹਿਬ ਜੀ ਦੇਵੀ ਦੀ ਪੂਜਾ ਕਰਿਆ ਕਰਦੇ ਸਨ। ਦੇਵੀ ਦੀ ਪੂਜਾ ਉਸ ਜੀਵਨ ਦੇ ਵਿੱਚ ਪੈਰਾਂ ਵਿੱਚ ਘੁੰਗਰੂ ਬੰਨ੍ਹ ਲੈਣੇ, ਪੈਰਾਂ ਵਿੱਚ ਘੁੰਗਰੂ ਬੰਨੇ, ਨਿਆਣ ਬਸਤਰ ਪਾ ਕੇ ਤੇ ਨੱਚਦੇ ਵੀ ਰਹੇ ਸਨ। 28 ਸਾਲ ਦੀ ਉਮਰ ਵਿੱਚ ਪੂਰੇ ਮੁਰਸ਼ਦ ਦੀ ਪ੍ਰਾਪਤੀ ਹੋਈ। ਅਮਰਦਾਸ ਜੀ ਭਾਵੇਂ ਗੁਰੂ ਨਾਨਕ ਸਾਹਿਬ ਤੋਂ ਉਮਰ ਕਰਕੇ 10 ਸਾਲ ਛੋਟੇ ਨੇ, ਲਹਿਣਾ ਜੀ ਤੋਂ ਉਮਰ ਕਰਕੇ 25 ਸਾਲ ਵੱਡੇ ਨੇ, ਪਰ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਗੁਰੂ ਅੰਗਦ ਸਾਹਿਬ ਜੀ ਦੇ ਘਰ ਤੇ ਬਾਬਾ ਅਮਰਦਾਸ ਜੀ ਦੀ ਉਮਰ ਦੇ 6 ਦਹਾਕੇ ਬਤੀਤ ਚੁੱਕੇ ਸਨ। 60 ਸਾਲ ਉਹਨਾਂ ਦੀ ਉਮਰ ਲੰਘ ਚੁੱਕੀ ਹੈ। ਉਸ ਦੇ ਵਿੱਚੋਂ ਤੀਰਥ ਇਸ਼ਨਾਨ ਵੀ ਹਨ। ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਸ ਦਿਨ ਬਾਬਾ ਅਮਰਦਾਸ ਜੀ ਦੀ ਸ਼ਰਨ ਵਿੱਚ ਆਏ, ਜਨਮ ਤੋਂ ਨਹੀਂ 1.5-2 ਸਾਲ ਦੀ ਉਮਰ ਸੀ, ਮਾਂ ਚਲੀ ਗਈ। 7 ਸਾਲ ਦੀ ਉਮਰ ਵਿੱਚ ਪਿਤਾ ਹਰਦਾਸ ਜੀ ਵੀ ਚਲੇ ਗਏ। ਤਵਾ ਖੀਰ ਕਹਿੰਦੀ ਹੈ ਕਿ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਗੁਰੂ ਰਾਮਦਾਸ ਜੀ ਜਦੋਂ ਆਏ ਸਨ, ਇਹਨਾਂ ਦੀ ਜ਼ਿੰਦਗੀ ਦੇ 9-10 ਸਾਲ ਦੇ ਕਰੀਬ ਜੀਵਨ ਬਤੀਤ ਹੋ ਚੁੱਕਾ ਸੀ। ਗੁਰੂ ਅੰਗਦ ਸਾਹਿਬ ਜਨਮ ਤੋਂ 28 ਸਾਲ ਬਾਅਦ ਆਏ। ਬਾਬਾ ਅਮਰਦਾਸ ਜੀ ਦੇ 60 ਸਾਲ ਲੰਘ ਚੁੱਕੇ ਨੇ। ਧੰਨ ਗੁਰੂ ਰਾਮਦਾਸ ਕਿਰਪਾਲੂ ਭਾਈ ਜੇਠਾ ਜੀ ਜਿਨ੍ਹਾਂ ਦੀ ਉਮਰ 9 ਸਾਲ ਦੇ ਕਰੀਬ ਬਤੀਤ ਹੋ ਚੁੱਕੀ ਹੈ। ਪਰ ਇੱਕ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਨੇ ਜਿਨ੍ਹਾਂ ਦਾ ਜਨਮ ਹੋਇਆ ਤੇ ਜਨਮ ਹੁੰਦਿਆਂ ਸਾਰ ਇਹਨਾਂ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੋਦ ਪ੍ਰਾਪਤ ਹੋਈ ਹੈ। ਅਸਲ ਵਿੱਚ ਬ੍ਰਹਮ ਪਛਾਣਨ ਦਾ ਭਾਵ ਕੀ ਸੀ? ਜਿਸ ਨੇ ਬ੍ਰਹਮ ਨੂੰ ਪਛਾਣਿਆ ਹੈ ਉਸ ਦਾ ਜੀਵਨ ਕਿਹੋ ਜਿਹਾ ਹੈ? ਧੰਨ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦੀਆਂ 2 ਘਟਨਾਵਾਂ ਨੂੰ ਹਰ ਇੱਕ ਵਿਦਵਾਨ ਨੇ ਬਿਆਨ ਕੀਤਾ ਹੈ। ਇੱਕ ਤਾਂ ਗੁਰੂ ਅਮਰਦਾਸ ਜੀ ਦੇ ਪਲੰਘ ਨੂੰ ਹੱਥ ਪਾਉਂਦੇ ਹਰ ਰਿੜਦਿਆਂ, ਤੇ ਇੱਕ ਸ਼ਬਦ ਕਹਿੰਦੇ ਨੇ ਕਿ ਬਾਬਾ ਅਮਰਦਾਸ ਬੰਸਾਵਲੀ ਨਾਮੇ ਗ੍ਰੰਥ ਦਾ ਇਹ ਬਚਨ ਹੈ। ਕਹਿਣ ਲੱਗੇ ਕੌਣ ਹੈ ਪੁਰਖ ਭਾਰੀ, ਜਿਨੇ ਮੰਜੀ ਹਲਾਈ ਸਾਡੀ ਸਾਰੀ। ਇੰਨੀ ਦੇਰ ਨੂੰ ਬੀਬੀ ਭਾਨੀ ਆ ਗਈ ਤੇ ਉਸਨੇ ਹੱਸ ਕੇ ਆਖਿਆ, ਪਿਤਾ ਜੀ ਇਹ ਛੋਟਾ ਦੋਤਰਾ,
ये छोटा दोता है। हस के कहन लगे लिया उन्होंने पकड़ गोदी विच बिठा के सिर ते हथ रख के कहते ने भाणीए ये केवल दोता नहीं, ये दोता बाणी का बोझा है। हुण बाणी का बोझा है, शब्द क्यों नहीं किया? गुरमुखो असीं कई बारी शब्द वरते हाँ। गुरता गद्दी उन्होंने मिली जिन्हों ने सेवा की है। गुरता गद्दी केवल सेवा करके नहीं जे मिलती, गुरता गद्दी दा उन्होंने मिलती है जिन्होंने धुर दरगाह तो जिन्हों के नाम ते लिखी होंदी है। भाई गुरदास जी ने एक बहुत वधिया उदाहरण दी है। जो असीं पढ़ते हैं लहने पाई नानको देनी अमरदास कर आई, गुर बैठा अमर स्वरूप होए गुरमुख पाई दात इलाही, फेर वसाया गोइंदवाल अचरज खेल न लिखिया जाई, दात जोत खसमै वडियाई। ये दात ये जोत तां खसम की वडियाई है। जिस दिन मर्जी वो झोली विच पा देवे ओदी मर्जी है। गुरु अर्जन देव जी की पालना नाना गुरु धन गुरु अमरदास जी की निगरानी दे विच होई। हालांकि दोता उन्हां दा बाबा प्रिथिया भी है, बाबा महादेव जी भी है कि कदी वो दो दोते बाबा अमरदास जी की नज़र सामने नहीं आए होंगे। वो भी उसे घर में खेडते रहे, पर छोटे नूं देख के आख्या ये इकला दोता नहीं, ये दोता बाणी का बोझा है। धन गुरु ग्रंथ साहिब महाराज जी के जो दर्शन करते हैं ना, 1430 अंग ने, पर चेते रखियो 1430 अंगां दे विचों वक्खो वक् रागां दे विच जे बाणी देखीए तो इकल्ले गुरु अर्जन देव साहब सच्चे पातशाह जी के पौने 700 अंग बाणी जिहड़ी बनेगी, सब तो वध बाणी उन्हां दी। असीं कहीए कि ये ब्रह्म ज्ञानी है। प्यारिओ ब्रह्म ज्ञानी शब्द कहण दे नाल नहीं, जिन्नी देर अंदर ब्रह्म का ज्ञान नहीं तो जिसने ब्रह्म नूं पछाण नहीं लिया, हकीकत विच उस दे जीवन नूं खुद गुरु अर्जन साहिब जी ने बाणी विच दर्ज किया है। आप जी सुखमनी साहिब जी की बाणी पढ़ते हो, धन गुरु अर्जन साहिब जी ने अष्टपदी पूरी ही ब्रह्म ज्ञानी के प्रथाए उच्चारण कर दी। उते हजूर ने 3 वचन कहे ने कि जिसने ब्रह्म नूं पछाण लिया, उस दे विच पहला वचन है कि जिस दे मन विच सच्चा परमात्मा टिक गया, तो केवल मन विच नहीं जिसकी रसना विच भी सच का बोल बाला है। मन विच रसना विच ते तीसरी गल उन्हां दीआं अखां विच भी केवल सच का निवासा हो गया है। सच जाने केवल वही ब्रह्म ज्ञानी है। 3 शब्द कहे ने, एक मन साचा, मुख दूजा आख्या मुख साचा सोए, ते तीजा कहन लगे अवर ना पेखै एक सबिन कोए। नानक यह लक्षण ब्रह्म ज्ञानी होए। ब्रह्म ज्ञानी के लक्षण दस दिते। धन गुरु अर्जन साहिब जी का देखना भी सच है, गुरु अर्जन साहिब जी का रसना तो जपना भी सच है, धन गुरु अर्जन साहिब जी के मन विच भी सच है। फिर गुरु अर्जन साहिब सच्चे पातशाह जी के ब्रह्म नूं पछाणन वाले शब्द की व्याख्या जे करनी होवे तां धन गुरु ग्रंथ साहिब जी की बाणी विचों कुछ प्रवान लैने पैणगे। जिसने ब्रह्म नूं पछाण लिया उसका जीवन कितना कुछ उच्चा है। गुरु ने पहला बचन आख्या, गुरु तेग बहादुर जी के कुछ प्रमाण मैं अर्ज करा। हजूर कहते ने उस दे उत्ते दुख आउंदे ने, पर कदी उस दे मन उत्ते दुख का असर नहीं होया। दुख आउंदा है पर दुख नूं दुख नहीं समझदा, सुख आउंदा है ते सुख विच परमात्मा नूं भुलदा नहीं। ब्रह्म नूं पछाणन वाले दे सामने मिट्टी ते सोना पिया होवे ना, उस दी दृष्टि गुरमुखो एक समान इन्नी समानता वाली है कि वह मिट्टी ते सोने दोनों नूं एक बराबर ही जानता है। कह लगे जे कोई उसकी उस्तत करता है, उसकी खुशामद नहीं करता, उसकी खुशामद नहीं करनी, तो जे कोई उसकी जुबान तो उसकी निंदिया करता है तो ब्रह्म पछाणन वाले ने उसका बुरा भी नहीं मंगना। कहते ने जे उसके अंदर कोई आसा मनसा का फुरना उठे तो झाटी फुरने नूं मसल देंदा है। कहते ने सच जाणिओ ब्रह्म नूं पछाणन वाला वो है जिसके हिरदे नूं ना कदे काम स्पर्श करदा है ना क्रोध स्पर्श करदा है। गुरु तेग बहादुर महाराज जी का सोरठ राग दे विच एक शब्द आउंदा है,
सतगुरु उचारण पे करते ने, जो नर दुख मैं दुख नहीं मानै, सुख स्नेह वर भै नहीं जाकै, कंचन माटी मानै रहाओ, नह निंदिया नह उस्तत जाकै, लोभ मोह अभिमाना, हर सोग दे रह नियारो, नाहि माने अपमाना, आसा मनसा सगल त्यागै, जगते रह निराशा, काम क्रोधे परसै नाहे न, तेह घट ब्रह्म निवासा। ਧੰਨ ਗੁਰੂ ਤੇਗ ਬਹਾਦਰ ਜੀ ਨੇ ਅੰਮ੍ਰਿਤ ਬਾਣੀ ਵਿੱਚ ਆਪਣੇ ਸ਼ਲੋਕਾਂ ਵਿੱਚ ਸ਼ਲੋਕ ਉਚਾਰਨ ਕੀਤਾ, ਜਿਸ ਦੇ ਵਿੱਚ ਬ੍ਰਹਮ ਨੂੰ ਪਛਾਣਨ ਦੀ ਗੱਲ ਕਰਦਿਆਂ ਹਜ਼ੂਰ ਨੇ ਫਰਮਾਇਆ, ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ। ਇੱਕ ਹੈ ਗੁਰੂ ਅਰਜਨ ਦੇਵ ਜੀ ਦਾ ਬ੍ਰਹਮ ਦਾ ਪਛਾਨਣਾ। ਮਮਤਾ ਦਾ ਆਖਰੀ ਅਰਥ ਕੀ ਹੁੰਦਾ ਹੈ? ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ, ਕਹੋ ਨਾਨਕ ਸੁਨ ਰੇ ਮਨਾ, ਤਿਹ ਘਟ ਬ੍ਰਹਮ ਨਿਵਾਸ। ਜਿਸ ਨੇ ਮਾਇਆ ਦੀ ਮਮਤਾ ਹੀ ਛੱਡ ਦਿੱਤੀ, ਮਮਤਾ ਦਾ ਕੀ ਅਰਥ ਹੈ? ਮੈਂ ਗੁਰੂ ਅਰਜਨ ਦੇਵ ਜੀ ਦਾ ਇੱਕ ਪ੍ਰਮਾਣ ਦੇ ਕੇ ਅੱਗੇ ਚੱਲਦਾ। ਅਸੀਂ ਗੁਰੂ ਸਾਹਿਬ ਜੀ ਦਾ ਇੱਕ ਬਚਨ ਪੜ੍ਹਦੇ ਹਾਂ, ਮਿੱਠਾ। ਮੱਖੀ ਦਾ ਮਿੱਠੇ ਨਾਲ ਬੜਾ ਸਨੇਹ ਹੈ। ਮਾਇਆ ਮਮਤਾ ਕੀ ਹੈ? ਹਜ਼ੂਰ ਕਹਿੰਦੇ ਨੇ ਕਿ ਜਦ ਭਾਦੋ ਦਾ ਮਹੀਨਾ ਹੈ ਤੇ ਪਿੰਡਾਂ ਥਾਵਾਂ 'ਤੇ ਅਸੀਂ ਦੇਖਦੇ ਹਾਂ ਕਿ ਮਿੱਠਾ ਜੋ ਹੈ, ਗੁੜ ਦੀ ਢੇਲੀ ਹਮੇਸ਼ਾ ਸਾਵਣ ਭਾਦੋ ਦੇ ਮਹੀਨੇ ਵਿੱਚ ਸਲਾਬੀ ਜਾਂਦੀ ਹੈ। ਮੱਖੀ ਆਉਂਦੀ ਹੈ, ਉਸਨੇ ਦੇਖਦਿਆਂ ਹੀ ਗੁੜ ਦੀ ਢੇਲੀ ਦੇ ਉੱਤੇ ਆਪਣੇ ਪੈਰ ਟਿਕਾਏ ਨੇ। ਆ ਕੇ ਉਸ ਮੱਖੀ ਨੇ ਗੁੜ ਦੀ ਢੇਲੀ ਦੇ ਉੱਤੇ ਬੈਠ ਕੇ ਗੁੜ ਖਾਣਾ ਸ਼ੁਰੂ ਕਰ ਦਿੱਤਾ। ਹੁਣ ਜੇ ਉਹ ਗੁੜ ਖਾ ਕੇ ਪੇਟ ਭਰ ਕੇ ਉੱਡ ਜਾਂਦੀ, ਫਿਰ ਮਮਤਾ ਨਹੀਂ ਸੀ, ਫਿਰ ਗੁਜ਼ਾਰਨ ਸੀ। ਮਨ ਵਿੱਚ ਖਿਆਲ ਆ ਗਿਆ ਕਿ ਇੰਨੀ ਵੱਡੀ ਗੁੜ ਦੀ ਢੇਲੀ ਮਿਲ ਗਈ ਹੈ, ਕੀ ਲੋੜ ਹੈ ਹੁਣ ਇਸ ਨੂੰ ਛੱਡ ਕੇ ਜਾਣ ਦੀ। ਚੁੱਪ ਕਰਕੇ ਇਸ ਗੁੜ ਦੀ ਢੇਲੀ 'ਤੇ ਆਪਣਾ ਕਬਜ਼ਾ ਕਰ, ਜਦੋਂ ਲੋੜ ਪਵੇਗੀ ਉਦੋਂ ਖਾ ਲਵਾਂਗੇ। ਹਜ਼ੂਰ ਨੇ ਬਾਣੀ ਵਿੱਚ ਆਖਿਆ ਕਿ ਮੱਖੀ ਨੇ ਰੱਜ ਕੇ ਉਸ ਗੁੜ ਨੂੰ ਖਾਧਾ ਹੈ। ਪਤਾ ਨਹੀਂ ਸੀ ਕਿ ਜਿਸ ਨੂੰ ਮੈਂ ਫੜਨਾ ਚਾਹੁੰਦੀ ਹਾਂ ਉਸਨੇ ਛੱਡਣਾ ਹੀ ਨਹੀਂ। ਉਸ ਸਲਾਬੇ ਹੋਏ ਗੁੜ ਦੇ ਮੱਖੀ ਦੀਆਂ ਨਿੱਕੀਆਂ ਨਿੱਕੀਆਂ ਲੱਤਾਂ ਅਤੇ ਉਸ ਦੇ ਦੋਨੋਂ ਖੰਭ ਜਿਹੜੇ ਨੇ ਉਹਨਾਂ ਨੂੰ ਇੰਨਾ ਕੁ ਜਕੜ ਵਿੱਚ ਲੈ ਲਿਆ। ਹੁਣ ਮੱਖੀ ਉਸ ਮਿੱਠੇ ਤੋਂ ਉੱਡਣਾ ਚਾਹੁੰਦੀ ਹੈ, ਪਰ ਗੁੜ ਦੀ ਢੇਲੀ ਨੇ ਮੱਖੀ ਨੂੰ ਇੰਨਾ ਘੁੱਟ ਕੇ ਫੜਿਆ ਕਿ ਹੁਣ ਇਸ ਨੂੰ ਉਡਾਰੀ ਭੁੱਲ ਗਈ। ਹਜ਼ੂਰ ਕਹਿੰਦੇ ਨੇ ਇਹ ਹੈ ਮਮਤਾ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਅੰਦਰ ਸੰਸਾਰ ਦੀ ਕੋਈ ਪਕੜ ਨਹੀਂ। ਇੱਕ ਪ੍ਰਮਾਣ ਹੋਰ ਗੁਰਬਾਣੀ ਦੇ ਵਿੱਚੋਂ ਅਰਜ਼ ਕਰੀਏ ਕਿ ਮਮਤਾ ਕੀ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਦੁੱਖ ਵਿੱਚ ਦੁੱਖ ਨਹੀਂ, ਸੁੱਖ ਵਿੱਚ ਰੱਬ ਭੁੱਲਦਾ ਨਹੀਂ। ਸੋਨੇ ਤੇ ਮਿੱਟੀ, ਸੋਨਾ ਤੇ ਮਿੱਟੀ ਇੱਕ ਬਰਾਬਰ ਹੈ, ਤੇ ਸੱਚ ਜਾਣਿਓ ਮਾਣ ਤੇ ਅਪਮਾਨ ਵੀ ਇੱਕ ਬਰਾਬਰ ਹੈ। ਅਸੀਂ ਦੁਸ਼ਮਣ ਦੀ ਵੀ ਰੋਟੀ ਬੰਦ ਨਹੀਂ ਕਰਦੇ। ਜਦੋਂ ਅਸੀਂ ਆਪਣੇ ਇਤਿਹਾਸ ਨੂੰ ਪੜ੍ਹਦੇ ਹਾਂ, ਗਿਆਨੀ ਗਿਆਨ ਸਿੰਘ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਹੈ। ਕਹਿੰਦੇ ਨੇ, ਨਾਦਰ ਪੁੱਛਦਾ ਸੀ ਜ਼ਕਰੀਏ ਕੋਲੋਂ ਕਿ ਮੈਂ ਸਾਰਾ ਹਿੰਦੁਸਤਾਨ ਲੁੱਟ ਕੇ ਆਉਣਾ, ਇਹ ਕੌਣ ਹਨ ਜਿਹੜਾ ਮੇਰਾ ਲਾਹ ਮੱਲ ਕੇ ਖਲੋ ਜਾਂਦੇ ਨੇ? ਉਹਨੇ ਆਖਿਆ ਸਿੱਖ ਨੇ, ਇਹਨਾਂ ਕੋਲ ਆਬੇ ਹਯਾਤ ਹੈ, ਇਹਨਾਂ ਦਾ ਮੁਰਸ਼ਿਦ ਇਹਨਾਂ ਨੂੰ ਅੰਮ੍ਰਿਤ ਦੇ ਗਿਆ ਹੈ। ਜਦੋਂ ਪੀਂਦੇ ਨੇ ਤਾਂ ਜਿਹੜੇ ਕਾਇਰ ਨੇ ਨਾ, ਉਹ ਵੀ ਸ਼ੇਰ ਬਣ ਜਾਂਦੇ ਨੇ, ਸ਼ੇਰ। ਉੱਥੇ ਉਸਨੇ ਇੱਕ ਗੱਲ ਕਹੀ ਹੋਰ ਆਖੀ, ਇਹਨਾਂ ਦਾ ਇੱਕ ਬੜਾ ਵੱਡਾ ਗੁਣ ਹੈ, ਕਈ ਦਿਨਾਂ ਦੇ ਭੁੱਖੇ ਵੀ ਲੜੀ ਜਾਂਦੇ ਨੇ, ਰੁੱਖਾਂ ਦੇ ਪੱਤੇ ਫੁੱਲ ਖਾ ਕੇ ਵੀ ਇਹ ਜਿਹੜੇ ਲੜੀ ਜਾਂਦੇ ਨੇ। ਚੇਤੇ ਰੱਖਿਓ, ਜਦੋਂ ਸਾਡੇ ਪੁਰਖੇ ਜੰਗਲਾਂ ਵਿੱਚ ਰਹਿੰਦੇ ਸਨ, ਉਹ ਪੱਤੇ ਖਾਂਦੇ ਸਨ। ਉਹਨਾਂ ਨੇ ਪੱਤੇ ਖਾਧੇ ਹੋਏ ਜੰਗਲਾਂ ਵਿੱਚ ਘੁੰਮੇ ਹੋਏ ਕਾਰਨ ਅਸੀਂ ਦੁਨੀਆ ਦੇ ਸੁੱਖ ਭੋਗ ਰਹੇ ਹਾਂ। ਕਹਿੰਦੇ ਨੇ ਕਈ ਦਿਨਾਂ ਦੇ ਭੁੱਖੇ ਹੁੰਦੇ ਨੇ, ਅਤੇ ਜੇ ਇਹਨਾਂ ਨੂੰ 1.5 ਮਹੀਨੇ ਦੇ ਭੁੱਖਿਆਂ ਨੂੰ ਕਿਤੇ ਰਸਦ ਮਿਲ ਜਾਵੇ ਤਾਂ ਇੱਕ ਇਹਨਾਂ ਦਾ ਗੁਣ ਬੜਾ ਵੱਡਾ ਏ। ਇਹ ਉਸੇ ਵੇਲੇ ਲੰਗਰ ਤਿਆਰ ਕਰਦੇ ਨੇ। ਲੰਗਰ ਤਿਆਰ ਕਰਕੇ ਲੁੱਕ ਕੇ ਨਹੀਂ ਖਾਂਦੇ, ਪਹਿਲਾਂ ਇਹ ਅਰਦਾਸ ਕਰਦੇ ਨੇ ਕਿ ਉੱਚੇ ਸਾਰੀ ਨਗਾਰਾ ਵਜਾ ਕੇ ਕਹਿੰਦੇ ਨੇ, ਦੇਤ ਆਵਾਜ਼ਾ ਭੁੱਖਾ ਕੋਈ। ਆਪ ਮਹੀਨੇ ਦੇ ਭਾਵੇਂ ਭੁੱਖੇ ਹੋਣ, ਆਵਾਜ਼ ਦੇ ਕੇ ਕਹਿੰਦੇ ਨੇ ਕੋਈ ਸਾਡੇ ਨਗਾਰੇ ਦੀ ਆਵਾਜ਼ ਸੁਣਦਾ ਹੋਵੇ। ਕੋਈ ਭੁੱਖਾ ਹੋਵੇ, ਸਿੱਖ ਨਗਾਰਾ 2 ਵਾਰੀ ਵਜਾਉਂਦੇ ਸਨ। ਇੱਕ ਉਦੋਂ ਵਜਾਉਂਦੇ ਨੇ ਜਦੋਂ ਇਸ ਦੀ ਤੇਗ ਚੱਲਦੀ ਹੈ, ਤੇਗ ਤਿਆਰ ਹੁੰਦੀ ਹੈ। ਜਦੋਂ ਦੇਗ ਤਿਆਰ ਹੁੰਦੀ ਹੈ, ਅਤੇ ਦੂਜੀ ਵਾਰ ਉਦੋਂ ਨਗਾਰਾ ਵਜਾਉਂਦੇ ਨੇ ਜਦੋਂ ਤੇਗ ਨੂੰ ਖੋਹਣ ਲਈ ਕੋਈ ਆਉਂਦਾ ਹੈ। ਉਸ ਦੇ ਲਈ ਤੇਗ ਤਿਆਰ ਕਰਦਾ ਹੈ।
ਤਾਂ ਹੀ ਅਸੀਂ ਕਹਿੰਦੇ ਹਾਂ ਜਿਨ੍ਹਾਂ ਨੇ ਦੇਗ ਚਲਾਈ ਤੇਗ ਵਾਹੀ, ਕਿਉਂਕਿ ਦੇਗ ਨੂੰ ਬਚਾਉਣ ਵਾਸਤੇ ਤੇਗ ਹੋਣੀ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਰਸੋਈ ਵਿੱਚ ਭਾਵੇਂ ਅਸੀਂ ਜਿੰਨਾ ਮਰਜ਼ੀ ਸ਼ਵਸਤ ਨਾਲ ਦੇਗ ਤਿਆਰ ਕਰਦੇ ਹਾਂ, ਪਰ ਇਹ ਦੇਗ ਤਾਂ ਬਣਦੀ ਹੈ ਜਦੋਂ ਇਸ ਦੇ ਵਿੱਚ ਤੇਗ ਫੇਰੀ ਜਾਂਦੀ ਹੈ। ਦੇਗ ਤੇ ਤੇਗ ਦਾ ਸੰਬੰਧ ਹੈ। ਕਹਿੰਦੇ ਨੇ ਦੇਤ ਆਵਾਜ਼ਾ ਭੁੱਖਾ ਕੋਈ, ਆਓ ਦੇਗ ਤਿਆਰ ਗੁਰ ਹੋਈ। ਉੱਚੀ ਆਵਾਜ਼ ਦੇ ਕੇ ਕਹਿੰਦੇ ਨੇ ਕੋਈ ਲੰਗਰ ਛਕਣ ਵਾਲਾ ਹੈ, ਗੁਰੂ ਦਾ ਲੰਗਰ ਤਿਆਰ ਹੋ ਚੁੱਕਾ ਏ। ਨਾਦਰ ਕਹਿੰਦਾ ਫਿਰ ਕੀ ਹੋਇਆ? ਅੱਗੋਂ ਉਹ ਕਹਿੰਦਾ ਏ ਸਭ ਤੋਂ ਵੱਡਾ ਗੁਣ ਤਾਂ ਇਹਨਾਂ ਵਿੱਚ ਇਹ ਹੈ, ਉਸ ਵੇਲੇ ਇਹਨਾਂ ਦੇ ਸਾਹਮਣੇ ਦਿਨੇ ਲੜਨ ਵਾਲਾ ਦੁਸ਼ਮਣ ਵੀ ਆ ਜਾਵੇ ਨਾ, ਭਾਵੇਂ ਇਹਨਾਂ ਦਾ ਲੜਦਾ ਪਿਆ ਏ, ਇਹਨਾਂ ਨੇ ਖੂਨ ਦਾ ਪਿਆਸਾ ਵੀ ਆ ਜਾਵੇ, ਪੰਗਤ ਵਿੱਚ ਬੈਠ ਕੇ ਕਹੇ ਕਿ ਮੈਂ ਲੰਗਰ ਛਕਣਾ ਏ, ਇਸੇ ਗੁਨਾਹ ਕਰਕੇ ਇਹ ਕਿਸੇ ਤੋਂ ਭੈ ਨਹੀਂ ਖਾਂਦੇ। ਦੁਸ਼ਮਣ ਪੰਗਤ ਵਿੱਚ ਬੈਠਾ ਹੋਵੇ, ਕਦੀ ਉਸ ਨੂੰ ਕੈਰੀ ਨਜ਼ਰ ਦੇ ਨਾਲ ਨਹੀਂ ਦੇਖਦੇ। ਦੁਸ਼ਮਣ ਬੈਠਾ ਹੋਵੇ ਤੇ ਲੰਗਰ ਉਸ ਨੂੰ ਵੀ ਛਕਾ ਦਿੰਦੇ ਨੇ। ਨਾਦਰ ਕਹਿੰਦਾ ਜਿਨ੍ਹਾਂ ਦਾ ਇਖਲਾਕ ਹੀ ਇੰਨਾ ਉੱਚਾ ਏ, ਪੰਗਤ ਵਿੱਚ ਬੈਠੇ ਹੋਏ ਦੁਸ਼ਮਣ ਨੂੰ ਵੀ ਲੰਗਰ ਛਕਾਉਂਦੇ ਨੇ, ਸੱਚ ਜਾਣੀ ਇਹਨਾਂ ਦੀ ਤਬਾਹੀ ਕਦੇ ਵੀ ਨਹੀਂ ਜੀ ਹੋ ਸਕਦੀ। ਗਿਆਨੀ ਗਿਆਨ ਸਿੰਘ ਜੀ ਨੇ ਬਚਨ ਕਹੇ ਨੇ, ਦੇਤ ਆਵਾਜ਼ਾ ਭੁੱਖਾ ਕੋਈ, ਆਓ ਦੇਗ ਤਿਆਰ ਗੁਰ ਹੋਈ। ਉਸ ਸਮੇਂ ਬੈਰੀ ਕਿਨ ਆਵੈ, ਪਰਮ ਮੀਤ ਸਮਤਾ ਹੀ ਛਕਾਵੈ। ਉਸ ਨੂੰ ਆਪਣਾ ਮਿੱਤਰ ਜਾਣ ਕੇ ਗੁਰੂ ਦਾ ਲੰਗਰ ਦੇ ਵਿੱਚੋਂ ਕਦੀ ਧੱਕਾ ਨਹੀਂ ਮਾਰਦੇ। ਰਹਿਤਨਾਮੇ ਦੇ ਵਿੱਚ ਲਿਖਿਆ ਕਿ ਗੁਰੂ ਦਾ ਸਿੱਖ ਹੋਵੇ, ਦੇਗ ਵਰਤਾਉਂਦਿਆਂ ਵਿਤਕਰਾ ਕਰੇ, ਸੋ ਪੱਕਾ ਤਨਖਾਹੀਆ। ਇਹ ਸ਼ਬਦ ਨੇ ਜਦੋਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ ਤਾਂ ਉਹ ਕਹਿੰਦੇ ਨੇ ਸੰਕਾ ਮਨਹੁ ਮਿਟਾਈ ਕੈ, ਗੁਰ ਸਿੱਖਾਂ ਕੀ ਸੇਵ ਕਰੰਦਾ, ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸ਼ਾਦ ਆਨ ਵਰਤੰਦਾ। ਗੁਰ ਸਿੱਖਾਂ ਨੂੰ ਦੇ ਕਰ, ਪਿੱਛੋਂ ਬਚਿਆ ਆਪ ਖਵੰਦਾ। ਸ਼ੰਕਾ ਮਨੋਂ ਮਿਟਾਏ ਦਾ ਅਰਥ ਸੀ ਭਾਵੇਂ ਚੁਰਸਤੇ ਵਿੱਚ ਮੈਂ ਮੇਰੇ ਨਾਲ ਘੋਲ ਕਰਕੇ ਆਇਆ, ਪਰ ਜਦੋਂ ਗੁਰੂ ਦੇ ਲੰਗਰ ਵਿੱਚ ਆਇਆ ਤਾਂ ਫਿਰ ਤੇਰਾ ਮੇਰਾ ਵੈਰ ਕੀ ਵੈਰ। ਮੈਂ ਆਪਣੇ ਵਿਸ਼ੇ ਇਲਾਵਾ ਜਿਸ ਦੇ ਅੰਦਰ ਮਮਤਾ ਨਹੀਂ, ਉਸਨੇ ਬ੍ਰਹਮ ਨੂੰ ਪਛਾਣਿਆ। ਮਮਤਾ ਕੀ ਹੈ? ਪਹਿਲੀ ਉਦਾਹਰਨ ਦਿੱਤੀ ਗੁੜ ਤੇ ਮੱਖੀ ਦੀ, ਦੂਜਾ ਪ੍ਰਮਾਣ ਦਿੱਤਾ ਇਹ ਸ਼ਬਦ ਹੈ ਭਗਤ ਕਬੀਰ ਜੀ ਦਾ, ਬਾਂਦਰ ਵਰਗਾ ਚੰਚਲ ਕੋਈ ਨਹੀਂ। ਕਹਿਣ ਲੱਗੇ ਜ਼ਮੀਨ ਵਿੱਚ ਕਲੰਦਰ ਨੇ ਮਿੱਟੀ ਦਾ ਭਾਂਡਾ ਆ ਕੇ ਦੱਬ ਦਿੱਤਾ, ਉਸ ਦੱਬੇ ਹੋਏ ਭਾਂਡੇ ਵਿੱਚ ਉਸਨੇ ਭੁੱਜੇ ਹੋਏ ਚਣਿਆਂ ਦੇ ਦਾਣੇ ਪਾ ਦਿੱਤੇ। ਬਾਂਦਰ ਆਇਆ, ਬਾਂਦਰ ਵਰਗਾ ਚੰਚਲ ਹੈ ਕੋਈ ਨਹੀਂ। ਬਾਂਦਰ ਆਇਆ, ਉਸਨੇ ਜਦੋਂ ਜ਼ਮੀਨ ਦੇ ਵਿੱਚ ਦੱਬੇ ਹੋਏ ਭੁੱਜੇ ਹੋਏ ਚਣਿਆਂ ਦੇ ਦਾਣੇ ਪਾ ਦਿੱਤੇ। ਉਹ ਭਾਂਡੇ ਨੂੰ ਦੇਖਿਆ, ਖਾਲੀ ਹੱਥ ਉਸਨੇ ਭਾਂਡੇ ਵਿੱਚ ਪਾ ਲਿਆ। ਪਰਤ ਕੇ ਜਦੋਂ ਮੁੱਠੀ ਜਿਹੜੀ ਸੀ ਨਾ ਉਹ ਚਣਿਆਂ ਦੇ ਨਾਲ ਭਰ ਗਈ, ਹੁਣ ਮੁੱਠੀ ਚੋਂ ਭਾਂਡੇ ਉਹ ਜਿਹੜੀ ਮੁੱਠੀ ਉਹ ਭਾਂਡੇ ਚੋਂ ਬਾਹਰ ਨਹੀਂ ਆ ਰਹੀ, ਖਾਲੀ ਹੱਥ ਚਲਾ ਗਿਆ। ਉਹਦੀ ਜਿਹੜੀ ਮੁੱਠੀ ਹੁਣ ਭਾਂਡੇ ਚੋਂ ਬਾਹਰ ਨਹੀਂ ਆ ਰਹੀ, ਹੁਣ ਕੱਢਣਾ ਚਾਹੁੰਦਾ ਏ। ਖੇਡ ਇਸ ਚੀਜ਼ ਦੀ ਹੈ ਕਿ ਚਨੇ ਮੁੱਠੀ ਦੇ ਵਿੱਚ ਹੋਣ ਕਰਕੇ ਉਸ ਦਾ ਹੱਥ ਭਾਰਾ ਹੋ ਗਿਆ। ਉਹ ਯਤਨ ਕਰਦਾ ਏ ਮੈਂ ਭਾਂਡੇ ਵਿੱਚੋਂ ਕੱਢ ਲਵਾਂ, ਭਾਂਡੇ ਦਾ ਮੂੰਹ ਸੌੜਾ ਏ। ਜੇ ਮੁੱਠੀ ਚਣਿਆਂ ਦੀ ਭਰ ਕੇ ਰੱਖਦਾ ਹੈ ਤਾਂ ਹੱਥ ਬਾਹਰ ਨਹੀਂ ਨਿਕਲਦਾ, ਜੇ ਹੱਥ ਬਾਹਰ ਕੱਢਦਾ ਹੈ ਤਾਂ ਹੱਥ ਵਿੱਚ ਚਣੇ ਨਹੀਂ ਆਉਂਦੇ। ਹੁਣ ਘੁੱਟ ਕੇ ਫੜ ਕੇ ਰੱਖਦਾ ਤਾਂ ਬਰਤਨ ਦਾ ਉੱਪਰਲਾ ਮੂੰਹ, ਉੱਪਰ ਵਾਲਾ ਮੂੰਹ ਮੈਨੂੰ ਘੁੱਟ ਕੇ ਫੜਦਾ ਹੈ। ਚਣਿਆਂ ਦੀ ਮੁੱਠੀ ਦੀ ਮਮਤਾ ਨੇ ਪਕੜ ਨਾ ਛੱਡੀ। ਇੰਨੀ ਦੇਰ ਨੂੰ ਕਲੰਦਰ ਆਇਆ, ਉਸਨੇ ਸੋਟੀ ਮਾਰ ਇਸ ਦੇ ਗਲ ਦੇ ਵਿੱਚ ਰੱਸਾ ਪਾ ਦਿੱਤਾ ਤੇ ਬਾਂਦਰ ਨੂੰ ਸੋਟੀ ਮਾਰ ਕੇ ਅੱਗੇ ਲੈ ਗਿਆ। ਸਾਰੀ ਜ਼ਿੰਦਗੀ ਬਾਂਦਰ ਨੇ ਲੋਕਾਂ ਦੇ ਘਰਾਂ ਸਾਹਮਣੇ ਕਲੰਦਰ ਦੇ ਕਹਿਣ 'ਤੇ ਨਾਚ ਕੀਤਾ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਜੇ ਮਮਤਾ ਦੀ ਖੇਡ ਦੇਖਣੀ ਹੈ, ਇਸ ਨੱਚਦੇ ਹੋਏ ਬਾਂਦਰ ਨੂੰ ਦੇਖੋ, ਇਹ ਵੀ ਚਣਿਆਂ ਦੀ ਮੁੱਠੀ ਪਿੱਛੇ ਨੱਚਦਾ ਪਿਆ ਏ। ਪਰ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਅੰਦਰ ਮਮਤਾ ਨਹੀਂ, ਉਹਨਾਂ ਦੇ ਅੰਦਰ ਦੁੱਖ ਤੇ ਸੁੱਖ ਦਾ ਅਸਰ ਨਹੀਂ, ਉਹਨਾਂ ਦੇ ਅੰਦਰ ਮਾਨ ਤੇ ਅਪਮਾਨ ਦਾ ਅਸਰ ਨਹੀਂ। ਜਦੋਂ ਕਿਰਪਾਲੂ ਦਾਤਾ ਜੀ ਦੇ ਬਚਨ ਪੜ੍ਹਦੇ ਹਾਂ, ਉਹ ਕਹਿੰਦੇ ਨੇ ਬ੍ਰਹਮ ਗਿਆਨੀ ਕਦੀ ਗੁੱਸੇ ਵਿੱਚ ਨਹੀਂ ਆਉਂਦਾ। ਕਿਸੇ ਮਹਾਂਪੁਰਸ਼ ਨੂੰ ਥੋੜ੍ਹੀ ਜਿਹੀ ਵੀ ਗੱਲ ਕਹੋ ਉਹ ਝੱਟ ਹੀ ਗੁੱਸੇ ਵਿੱਚ ਆ ਜਾਂਦੇ ਨੇ। ਬ੍ਰਹਮ ਗਿਆਨੀ ਧਰਤੀ ਦੀ ਤਰ੍ਹਾਂ ਹੁੰਦੇ ਨੇ। ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਸ ਨਹਿ। ਸਤਿਗੁਰੂ ਕਹਿੰਦੇ ਨੇ ਬ੍ਰਹਮ ਗਿਆਨੀ ਕੈ ਧੀਰਜ ਇੱਕ ਜਿਉਂ ਵਸਦਾ ਕੋ ਖੋਦਾ ਹੈ,
ਕੋਈ ਚੰਦਨ ਲੇਪ ਕੋਈ ਧਰਤੀ ਨੂੰ ਪੁੱਟ ਦੇਵੇ ਤੇ ਧਰਤੀ ਉਸ ਨੂੰ ਉਲਾਮੇ ਨਹੀਂ ਦਿੰਦੀ, ਤੇ ਜੇ ਕੋਈ ਧਰਤੀ ਉੱਤੇ ਚੰਦਨ ਦਾ ਲੇਪ ਕਰ ਜਾਵੇ, ਸੱਚ ਜਾਣਿਓ ਗੁਰੂ ਦੇ ਸਿੱਖੋ, ਧਰਤੀ ਕਦੀ ਉਸ ਦੀ ਖੁਸ਼ਾਮਦ ਨਹੀਂ ਜੇ ਕਰਦੀ। ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਹੋਰ ਕਿਹਾ ਕਿ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਵਿੱਚ ਕਦੀ ਵੀ ਦਵੈਸ਼ ਨਹੀਂ। ਜਦੋਂ ਕਿਤੇ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਜਿਹੜੇ ਬ੍ਰਹਮ ਗਿਆਨੀ ਸਤਿਪੁਰਸ਼ ਹੋਏ ਨੇ, ਉਹਨਾਂ ਦੇ ਜੀਵਨ ਨੂੰ ਪੜ੍ਹੀਦਾ ਹੈ ਤਾਂ ਸੀਸ ਝੁਕ ਜਾਂਦਾ ਹੈ ਕਿ ਧਰਤੀ ਦੀ ਤਰ੍ਹਾਂ ਧੀਰਜ ਵਾਲੇ ਕਿਸੇ ਨੇ 4 ਸ਼ਬਦ ਭੈੜੇ ਕਹਿ ਦਿੱਤੇ ਤਾਂ ਸਰਾਪ ਨਹੀਂ ਦਿੱਤਾ, ਕਿਸੇ ਨੇ ਆ ਕੇ ਨਮਸਕਾਰ ਕਰ ਦਿੱਤੀ ਉਸ ਉੱਪਰ ਉਸ ਦੀ ਖੁਸ਼ਾਮਦ ਨਹੀਂ ਕੀਤੀ। ਬਾਬਾ ਵੀਰ ਸਿੰਘ ਦਾ ਨਾਮ ਸ਼ਾਇਦ ਆਪ ਜੀ ਨੇ ਸੁਣਿਆ ਹੋਣਾ ਹੈ। ਗੁਰਮੁਖੋ ਕਦੀ ਉਹਨਾਂ ਦਾ ਜੀਵਨ ਪੜ੍ਹ ਕੇ ਦੇਖੋ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੰਤਾਨ ਵਿੱਚੋਂ ਕਸ਼ਮੀਰਾ ਸਿੰਘ ਦੀ ਸੰਤਾਨ ਦੇ ਕੁਝ ਜੀ ਬਾਬਾ ਵੀਰ ਸਿੰਘ ਨੌਰੰਗਾਬਾਦ ਵਾਲੇ ਦੇ ਅਸਥਾਨ ਤੇ ਚਲੇ ਗਏ, ਕੁਝ ਜੀ ਉਹਨਾਂ ਦੇ ਸਥਾਨ ਤੇ ਗਏ। ਹਰ ਸਮੇਂ ਉਥੇ ਲੰਗਰ ਚੱਲਦਾ ਸੀ। ਇੱਧਰ ਲਾਹੌਰ ਦਰਬਾਰ ਨੇ ਕਹਿ ਦਿੱਤਾ ਕਿ ਇਹਨਾਂ ਸਾਰਿਆਂ ਨੂੰ ਵਾਪਸ ਸਾਡੇ ਪਾਸ ਪੇਸ਼ ਕੀਤਾ ਜਾਵੇ। ਬਾਬਾ ਦੀਪ ਸਿੰਘ ਵਰਗੇ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਸਤਿਪੁਰਸ਼ ਇਹਨਾਂ ਵਿੱਚ ਹੋਏ। ਬਾਬਾ ਮਹਾਰਾਜਾ ਸਿੰਘ ਜੀ, ਬਾਬਾ ਖੁਦਾ ਸਿੰਘ ਜੀ, ਬਾਬਾ ਮਾਝਾ ਸਿੰਘ ਜੀ, ਬਾਬਾ ਵੀਰ ਸਿੰਘ ਨੌਰੰਗਾਬਾਦ ਵਾਲਿਆਂ ਕੋਲ ਆਏ। ਲਾਹੌਰ ਦਰਬਾਰ ਨੇ ਕਿਹਾ ਕਿ ਇਹ ਵਾਪਸ ਕੀਤੇ ਜਾਣ। ਇੱਕੋ ਗੱਲ ਕਹੀ, ਜਿਹੜੇ ਸਾਧੂ ਦੀ ਸ਼ਰਨ ਵਿੱਚ ਆ ਗਏ ਸਿਰ ਦਿੱਤਾ ਜਾਏਗਾ, ਪਰ ਸ਼ਰਨ ਆਇਆ ਨੂੰ ਧੱਕਿਆ ਨਹੀਂ ਜਾਵੇਗਾ। ਸ਼ਰਨ ਆਇਆ ਨੂੰ ਧੱਕਾ ਨਹੀਂ ਦਿੱਤਾ ਜਾਵੇਗਾ। ਪਤਾ ਲੱਗ ਗਿਆ ਕਿ ਸਵੇਰੇ ਹਮਲਾ ਹੋਣ ਲੱਗਾ ਏ। ਫੌਜ ਚੜ੍ਹ ਕੇ ਆਈ। ਉਸ ਬ੍ਰਹਮ ਗਿਆਨੀ ਦਾ ਅੰਦਰ ਦੇਖੋ ਕਹਿਣ ਲੱਗੇ ਅੱਜ ਸਾਰੀ ਰਾਤ ਲੰਗਰ ਪਕਾਓ। ਪੁੱਛਿਆ ਬਾਬਾ ਜੀ ਕਿਉਂ? ਸਵੇਰੇ ਤਾਂ ਡੇਰੇ ਨੂੰ ਘੇਰਾ ਪੈ ਜਾਣਾ ਏ, ਤੋਪਾਂ ਦੇ ਗੋਲੇ ਚੱਲਣੇ ਨੇ। ਕਹਿੰਦੇ ਨੇ ਜਿੰਨੀ ਦੇਰ ਤੱਕ ਮੈਂ ਜਿਉਂਦਾ ਰਿਹਾ ਕਦੀ ਇਸ ਡੇਰੇ ਤੋਂ ਕੋਈ ਭੁੱਖਾ ਨਹੀਂ ਗਿਆ। ਹਨੇਰੇ ਆਇਆ, ਸਵੇਰੇ ਆਇਆ ਹੈ, ਰਾਤ ਆਇਆ ਹੈ, ਹਰ ਇੱਕ ਨੂੰ ਭੋਜਨ ਮਿਲਿਆ ਹੈ, ਕੋਈ ਗੱਲ ਨਹੀਂ। ਆਖਰ ਆਪਣੇ ਉੱਤੇ ਇਹ ਤੋਪਾਂ ਲੈ ਕੇ ਚੜ੍ਹ ਕੇ ਆਏ ਤਾਂ ਕੀ ਹੈ, ਪਰ ਆਪਣਾ ਸੁਭਾਅ ਆਪਾਂ ਨਾ ਛੱਡੀਏ। ਕਹਿੰਦੇ ਨੇ ਕੱਲ੍ਹ ਨੂੰ ਤੋਪਾਂ ਨਾਲ ਸਾਨੂੰ ਉਡਾਉਣਗੇ, ਮਾਰ ਕੇ ਜੋ ਮਰਜ਼ੀ ਕਰ ਲੈਣ, ਇਹ ਗੱਲ ਵੱਖਰੀ ਹੈ। ਪਰ ਇੱਕ ਗੱਲ ਚੇਤੇ ਰੱਖਿਓ, ਆਖਰ ਥੱਕੇ ਟੁੱਟੇ ਹੋਣੇ ਨੇ। ਤੋਪਾਂ ਚਲਾ ਕੇ ਖਾਲੀ ਨਾ ਚਲੇ ਜਾਣ। ਉਹਨਾਂ ਨੂੰ ਜਾਣ ਲੱਗਿਆ ਇਸ ਘਰ ਵਿੱਚੋਂ ਲੰਗਰ ਜ਼ਰੂਰ ਮਿਲੇ। ਵੇਖੋ ਬਿਰਤੀ ਕੈਸੀ ਹੈ। ਹੁਣ ਧੀਰਜ ਕਿੰਨਾ ਕੁ ਹੈ। ਹਜ਼ੂਰ ਕਹਿਣ ਲੱਗੇ ਬ੍ਰਹਮ ਗਿਆਨੀ ਕੇ ਧੀਰਜ, ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ, ਜੈਸੇ ਰਾਜ ਲੰਗ ਕੋ ਲਾਗੇ ਤੁਲ ਪਵਾਨ। ਉਹਨਾਂ ਦੀ ਦ੍ਰਿਸ਼ਟੀ ਵਿੱਚ ਦਵੈਸ਼, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦ੍ਰਿਸ਼ਟੀ ਵਿੱਚ ਸਮਾਨਤਾ ਹੈ। ਕਿਹੋ ਜਿਹੀ ਸਮਾਨਤਾ? ਜਿਵੇਂ ਕਿ ਹਵਾ ਦੀ ਹੈ। ਹਵਾ ਚੱਲਦੀ ਹੈ, ਕਦੀ ਹਵਾ ਨੇ ਇਹ ਨਹੀਂ ਕਿਹਾ ਕਿ ਮੈਂ ਉੱਚੇ ਅਮੀਰ ਦੀ ਅਟਾਰੀ ਤੋਂ ਨਿਕਲ ਕੇ ਕੇਵਲ ਉਸ ਨੂੰ ਸੁੱਖ ਦੇਣਾ, ਮੈਂ ਗਰੀਬ ਦੀ ਝੌਂਪੜੀ ਵਿੱਚ ਜਾ ਕੇ ਸੁੱਖ ਨਹੀਂ ਦੇਣਾ। ਹਵਾ ਚੱਲਦੀ ਹੈ, ਉਹ ਅਮੀਰ ਦੇ ਘਰ ਵੀ ਸੁੱਖ ਦਿੰਦੀ ਹੈ, ਗਰੀਬ ਦੇ ਤਨ ਨੂੰ ਵੀ ਸੁੱਖ ਦਿੰਦੀ ਹੈ। ਜਿਵੇਂ ਹਵਾ ਬਿਨਾਂ ਵਿਤਕਰੇ ਤੋਂ ਇੱਕ ਦ੍ਰਿਸ਼ਟੀ ਦੇ ਨਾਲ ਸਭ ਨੂੰ ਸੁੱਖ ਦਿੰਦੀ ਹੈ ਨਾ, ਮੇਰੇ ਕਿਰਪਾਲੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹ ਵੀ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਦੇ ਨਾਲ ਦੇਖਦੇ ਨੇ। ਗੁਰੂ ਅਰਜਨ ਸਾਹਿਬ ਜੀ ਦੇ ਘਰ ਵਿੱਚ ਇਹਨਾਂ ਦੇ ਸਜਾਏ ਹੋਏ ਲੰਗਰ ਵਿੱਚੋਂ ਸਿੱਖਾਂ ਨੇ ਮਰਿਆਦਾ ਕਾਇਮ ਕੀਤੀ ਕਿ ਦੁਸ਼ਮਣ ਆਇਆ ਉਹਨੂੰ ਵੀ ਲੰਗਰ ਛਕਾ ਦਿੱਤਾ। ਪਰ ਜਦੋਂ ਗੁਰੂ ਅਰਜਨ ਦੇਵ ਜੀ ਦੇ ਘਰ ਵੱਲ ਝਾਤੀ ਮਾਰਦਿਆਂ ਸੱਚ ਜਾਣਿਓ ਸੱਚੇ ਪਾਤਸ਼ਾਹ ਤੇਰਾ ਕਿੰਨਾ ਕੁ ਧੀਰਜ ਹੈ। ਤੇਰੇ ਸਗੇ ਭਰਾ ਨੇ ਲੰਗਰ ਦੀ ਨਾਕਾਬੰਦੀ ਕਰ ਦਿੱਤੀ ਹੈ, ਪਰ ਧਰਤੀ ਅਜਿਹੀ ਧੀਰਜ ਵਾਲਾ ਹੈ। ਪਰ ਧਰਤੀ ਜਿਹੇ ਧੀਰਜ ਵਾਲਾ ਬ੍ਰਹਮ ਗਿਆਨੀ ਨੂੰ ਪਛਾਣਨ ਵਾਲਾ ਮੇਰੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੱਕ ਲਫ਼ਜ਼ ਵੀ ਆਪਣੀ ਜ਼ੁਬਾਨ ਤੋਂ ਆਪਣੇ ਭਰਾ ਨੂੰ ਨਹੀਂ ਵਰਤਿਆ। ਗੁਰੂ ਅਰਜਨ ਸਾਹਿਬ ਜੀ ਦਾ ਲੰਗਰ ਹੈ। ਬਾਬਾ ਪ੍ਰਿਥੀਆ ਉਸ ਨੇ ਲੰਗਰ ਦੀ ਨਾਕਾਬੰਦੀ ਕਰ ਲਈ ਸੀ। ਸੰਗਤ ਆਉਂਦੀ ਤੇ ਰਸਤਾ ਆਪਣੇ ਘਰ ਲਿਜਾਂਦਾ ਪਿਆ ਹੈ ਤੇ ਲੰਗਰ ਛਕਣ ਦੇ ਲਈ ਧੰਨ ਗੁਰੂ ਅਰਜਨ ਦੇਵ ਜੀ ਦੇ ਘਰ ਨੂੰ ਤੋਰਦਾ ਹੈ। ਕਿੰਨੇ ਕੁ ਦਿਨ ਗੁਰੂ ਦਾ ਲੰਗਰ ਚੱਲਦਾ। ਗੁਰੂ ਅਰਜਨ ਸਾਹਿਬ ਜੀ ਦੇ ਘਰ ਲੰਗਰ ਦੇਗਾਂ ਮਸਤਾਨੀਆਂ ਹੋਈਆਂ। ਭਾਈ ਗੁਰਦਾਸ ਆਗਰੇ ਦੀ ਧਰਤੀ ਤੋਂ ਆਏ ਤੇ ਪਹਿਲਾਂ ਗੋਇੰਦਵਾਲ ਪਹੁੰਚੇ। ਪਤਾ ਲੱਗਾ ਕਿ ਗੁਰੂ ਰਾਮਦਾਸ ਜੋਤੀ ਜੋ ਸਮਾ ਗਏ ਨੇ ਗੱਦੀ ਉੱਤੇ। ਪੁੱਤਰ ਧੰਨ ਗੁਰੂ ਅਰਜਨ ਸਾਹਿਬ ਜੀ ਗੁਰਗੱਦੀ ਉੱਤੇ ਬਿਠਾ ਗਏ ਨੇ ਤੇ ਭਾਈ ਗੁਰਦਾਸ ਜੀ ਗੋਇੰਦਵਾਲ ਤੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਨੇ। ਤੇ ਸ਼ਾਮ ਵੇਲੇ ਲੰਗਰ ਵਿੱਚ ਗਏ ਤਾਂ ਕੀ ਮਿਲਿਆ?
कि एक मिसा प्रशादा, वो प्रशादा जिहड़ा अत दा सुक्का है, हथ की तली ते रखिया ते भाई गुरदास जी ने मन में आया कि कभी गुरु अंगद साहब जी के पवित्र घर के अंदर घिओ वाली खीर वंडी जाती सी। गुरु अमरदास जी के दरबार में तो बर्तन रात को मूधे मार दिते जाते सन कि सवेरे रब जिंदगी देवेगा तो शगन नूं भोजन भी देवेगा। गुरु रामदास जी के घर में देग ते अंदर देग दे अंदर दी आत्मा ते सुख लई कीर्तन मिलता है। कहन लगे ये की भाणा वापरिया, गुरु के लंगर मस्ताने हो चुके ने। भाई गुरदास जी ने बीबी भानी तो पूछा तो गोत्र मिले कि आप जी नूं तां छकन लई जरूर लंगर मिलिया है, पर इत्थे तां गुरु अर्जन देव जी बचन सन लई बचन सन, वो किन्ने दिन लंगर छकन तो बिना रह सकते। पूछया क्यों? कहन लगे प्रीतिया ने लंगर की नाकाबंदी कर ली, हुण प्रीतिया विच ममता है, लंगर ते भी कब्जा, पैसों ते भी कब्जा, मसंदा ते भी कब्जा, पर गुरु अर्जन साहब अंदर दुख आवे सुख आवे, मोह ममता का कोई असर नहीं। भाई गुरदास जी कोल खलो के कहते ने सच्चे पातशाह लंगर मस्ताने हो गए, तो एक तुक विच उत्तर देंदे ने कि अंदर टिकिया होया है, अंदर टिकिया होया देखो, कहते ने सुकी रोटी मिल जावे, पीन नूं ठंडा जल मिल जावे, सौण नूं जमीन मिल जावे, पर रब मेहर करे रोटी चली जाए, पानी चला जाए, कोई दुख नहीं। एक अरदास करो हिरदे विचों, करतार दी याद ना चली जाए। हजूर ने अमृत बचन विच आख्या, कहन लगे रूखो भोजन भूम सैन, सखी प्रेह संग सूख बिहांत। हजूर नूं पुछया कि ब्रह्म नूं पछाणन वाला कौन है? दाता जी का एक सुखमनी साहब जी का पता है, प्रभ की आग्या आत्म हितावै। कहते प्रभ की आग्या नूं अपने अंतर आत्मे तैयार करे। असीं भी शब्द कहने कि कोई नहीं रब का भाणा मनना ही पैना है। वो असल विच भाणा मनना नहीं हुंदा, वो मजबूरी है। भाणे का अर्थ है कि अपने अंतर आत्मे उसकी कीती हुई हर खेड़ नूं तैयार करना। रब की आग्या आत्म हितावै, जीवन मुक्त सो कहावै, तैसा हरख तैसा सुसोग, सदा अनंत है नहीं वियोग। तैसा स्वर्ण तैसी उस माटी, तैसा अमृत तैसी बिख खाटी, तैसा मान तैसा अभिमान, तैसा रंग तैसा राजान, जो वरताए साई जुगत, नानक ओह पुरख कहिए जीवन मुक्त। जिस दे सामने हर सो खुशी गमी लाभ हान इक्को जिहा होवे, सच जानो वो जिउंदे जी जीवन मुक्त ने। धन गुरु अर्जन साहब जी के चरणों में अनेकों लोग आए जिन्होंने जी दान मिले है। इत्थे लोगों का इलाज करने वाले वैद वजीर खां के अंदर नूं भी गुरु अर्जन साहब जी के घरों रहमत मिली। वजीर खां नूं जलौधर का रोग सी। ये गल कदी भी ना भुलिओ कि जिथे दुनिया दीयां दवाइयां मुक जांदियां ने ना, उत्थे मेरे गुरु का शब्द अंदर नूं सुख दिंदा है। गुरु जी ने तो सुखमनी साहब जी की तुक इथों शुरू की, सिमरो सिमर सिमर सुख पावो, कल कलेश तन माहे मिटावो। वजीर खां नूं चुक के हरमंदर साहब की परिक्रमा विच लैके आए ने, ते धन गुरु अर्जन साहब जी ने बाबा बुढ़ा जी नूं आख्या, बाबा जी दुनिया का इलाज करने वाला गुरु नानक साहब जी के दर ते आया है, यदि झोली विच खैर पैनी चाहिए। बाबा बुढ़ा जी कहते हैं सच्चे पातशाह आप समर्थो, मेरे कोल कोई समर्था नहीं। हजूर कहन लगे नहीं बाबा जी, अज जे लोड़वंद आया है तो इसनूं इथों सुकून मिलना चाहिए। बाबा बुढ़ा साहब जी ने वजीर खां के पेट विच निक्की जी टोकरी सिर ते चुके ते मिट्टी ढोंदे सन, ते एको दम कार वाली जिहड़ी टोकरी है ना, इस दे पेट ते मारी, ते कहंदे ने कि उस पल इस दे अंदर नूं सुकून मिलिया। उठ के बैठ गया, ते वजीर खां जिन्नी देर तक जिउंदा रहा उन्नी देर तक घरों बाहर नहीं सी निकलदा, जिन्नी देर तक गुरु अर्जन देव जी की सुखमनी साहब जी का पाठ नहीं सी ना करदा, उन्ना चिर घरों बाहर नहीं निकलना। गुरु अर्जन साहब जी के अनेकों सिख ने, इन्हां विचों साईं मियाँ मीर जी असीं उन्होंने गुरु अर्जन देव जी के सामने रख के कई बारी चेते करते हैं। धन गुरु अर्जन साहब जी के दरबार में साईं मियाँ मीर जी आए ने, एक वो बाणी पढ़ लिया सी,
एक शब्द उसने पढ़िया कि ये सच जानो, ये शब्द असल विच ब्रह्म नूं पछाणन वाले दी अवस्था है। ये शब्द गुरु रामदास जी का है, कोई आन मिलावे मेरा प्रीतम प्यारा, हों तिस पै आप विच आई। कोई मेरा प्यारे दी दस पाए तो मैं अपने आप उसके चरणों में वेच देवां। ऐसी बिरती हुंदी है गुरमुखो ब्रह्म ज्ञानियां दी। दुख सुख सोग खुशी गमी लाभ हान उन्हां नूं एक समान लगता है। ते जिहड़े ब्रह्म ज्ञानी बन जाते ने, रब नूं पछाणन वाले बन जाते ने, सतगुरु कहते ने फिर परमात्मा दे विच ते रब दे प्यारिਆਂ विच कोई भेद नहीं रहिंदा। सतगुरां दी बाणी पढ़दे आ, बाणी विच हुंदा है हर हर जन दुई एक है, बिब विचार कछ नाहे। जल ते उपज तरंग ज्यों जल ही विखै समाहे। जिवें जल दे विचों तरंगां उठदियां ने, जल विच ही समा के इको रूप हो जांदियां ने, उसे तरह रब दे प्यारे हुंदे ने गुरमुखो। कदे भी सच जाणिओ, किसे कोई मंगता भी आवे ना घर दे विच, कदे बोलक बोलना उन्होंने बोलीए। जे कुछ देना है दे दिओ, नहीं तो बोलक बोल कदे ना बोलो। पता नहीं किन्ना कुछ वो रब दा फकीर होवेगा, रब दी बंदगी करन वाला होवेगा, उहदे अंदर दी अवस्था नूं असीं नहीं जाणदे। वो तो बाबा बुल्ले शाह जी सन जिन्हां ने अंदर दी अवस्था नूं जाणिया। कहंदे ने एक पिंड दे विचों बकरे लैके ते लंघ रहे सन मुसलमान। ते दो चार एक पिंड दे विचों जदों लंघन लगे तो उत्थों दियां ने दो चार बकरे जिहड़े उन्हां चों वख कर लए, लै लए। वो बकरीद वाले दिन कहंदे ने बकरे वढ़दे ने। वो बकरे जिहड़े वो सोचन लगे कि वो सानूं अपनी फैमिली साडी फैमिली तो वख कर दिता है, ये लगदा है हुण वढ़णगे। ते वो जिहड़ी बिरती सी ना, वो बाबा बुल्ले शाह जी ने अपनी किताब दे विच अपनियां उन्होंने पंक्तियां लिखियां ने, बड़ियां सोहणियां पंक्तियां ने। वो लिख के ते उन्होंने आख्या कि ये जिहड़ियां ना, ये अवस्था जिहड़ी ब्रह्म ज्ञानी दी हुंदी है। उन्होंने पछाण लिया सी कि इन्हां दी बकरियां दी अवस्था की है ते लिजाण वालियां दी अवस्था की है। वो अपनी फैमिली वाल जाते ने बकरे, पर बकरे जिहड़े बकरियां नूं फड़ के ते मुसलमान भरा सन वो अपने घर नूं लैके जा रहे हैं। ये बिरती साडे कोल नहीं, ये पुराने बजुर्गों कोल हुंदी सी। रब दे प्यारिਆਂ दे कोल अंदर दी भावना वेखण वाली बिरती हुंदी है गुरमुखो। पर साडा मन जिहड़ा है ना, वो बांदर की तरह, सतगुरां ने जिस तरह उदाहरण दिती है ना, वो बांदर की तरह मन टिकदा नहीं। मन टिकेगा केवल बाणी पढ़ के। कोई भी घर दे उत्ते मंगता आवे, कोई फकीर आवे, उन्होंने देना कुछ दो, नहीं देना ना दिओ, पर बुरा भला ना कदे क्यों। पता नहीं उहदे अंदर दी बिरती किहो जी होवेगी, पता नहीं उहदी अंदर दी भावना किहो जी होगी, किन्ना कुछ वो रब दे नाल जुड़िया होवेगा गुरमुखो। रब दे जुड़ियां दे नाल संगत, रब दे जुड़ियां दी संगत करिया करिए। जिहड़े बाहरी तन दे नाल नहीं, बाहरी चोला पा लिया, लंबी करपाड़ भी पा लई, बाहरी वेख सिੱਖੀ वाला भावें जिन्ना मर्जी बना लईए, अंदर दी भावना वेखिया करिए कि किन्नी के उस बंदे। बाहरी रूप वेख के ना असीं साडी पर बिरती इहो जी है कि बाहरी रूप वेखदे हैं तो कह दिंदे बहुत पहुंचा होया बाबा है। पहुंचा होया केवल परमात्मा ही है गुरमुखो। साडे वेखण दी बिरती नहीं। ये बिरती तां बनेगी जेकर असीं बाणी पढ़ांगे, बाणी सुणांगे, बाणी नूं समझांगे, बाणी नूं समझ के बाणी के आधार पर अपना जीवन चलावांगे। सतगुरु कृपा करने, दातां सानूं बख्शिश करन। ऐसियां दातां केवल तां केवल धन गुरु ग्रंथ साहिब महाराज जी के चरणों पासों मिलदियां ने। जेकर ऐसियां दातां सतगुरां कोलों मंगांगे फिर की मिलेगा? सुख ही सुख है, दुनिया सुख, अगे दरगाह दे विच सुख। जिवें सतगुरां दा फरमान है, लोक सुखीए पर लोक सुहेले, नानक हर प्रभ आपे मेले। विचारां करदियां एक नहीं अनेकां प्रकार दीयां भुल्लां हो जाणियां सुभाविक ने। सतगुरु सतगुरां दी संगत बख्शण योग बख्श लैना जी। आओ हुण श्री आनंद साहिब जी के जाप तो उपरंत अरदास बेनती होवेगी। एक बारी सारे फतेह का जवाब फतेह देने की कृपालता करो। कोई भी रसना वांझी ना रहे, सारे करो मुख पवित्र। सारी आखो जी वाहिगुरू जी का खालसा, वाहिगुरू जी की फतेह।